अस्सलाम वालेकुम रहमतुल्लाहि व बरकातुहू। आप देख रहे हैं मुहाफ़िज़ पाकिस्तान टीवी और इस नाचीज़ का नाम है हसीबुर रहमान। वो हमारे पाकिस्तानी भाई जो यूनान में एक अरसा दराज से मौजूद है। ऐसी एक नई शख्सियत हमारे साथ में है जो कि यूनान में एक बड़े लंबे अरसे से मौजूद है। तो आएँ उनसे बात करते हैं और वो अपनी ज़बानी आपको बताएंगे कि यूनान में कैसे हालात उन्होंने गुजारे। जी अस्सलाम वालेकुम। जी वालेकुम सलाम। क्या नाम है आपका? जी मोहम्मद फ़ारूक। जी भाई फ़ारूक, आपसे ये सवाल है कि आपने कितना अरसा यूनान में गुजार दिया? जी भाई मैं 15 साल 2011 ਦਾ ਆਇਆ ਤੇ ठीक है। 2025। ਤੇ ਯੂਨਾਨ 'ਚ ਜਦੋਂ ਤੁਸੀਂ ਫਸਟ ਟਾਈਮ ਆਏ ਯਾਨੀ ਕਿ 2011 ਜਦੋਂ ਤੁਸੀਂ ਯੂਨਾਨ ਆਏ ਤੇ ਉਦੋਂ ਯੂਨਾਨ ਦੇ ਕੀ ਹਾਲਾਤ ਸਨ? ਉਦੋਂ ਭਾਈ ਇੱਥੇ ਹਾਲਾਤ ਇੰਝ ਸਨ ਕਿ ਜੇ ਕਿਸੇ ਨੂੰ ਕੰਮ ਲੱਭਦਾ ਹੈ ਨਾ, ਇੱਕ ਮਕਾਨ 'ਚ 10 ਬੰਦੇ ਰਹਿਣ ਡੇ ਨੇ। ਜੇ ਕੰਮ ਕਿਸੇ ਨੂੰ ਲੱਭਦਾ ਹੈ ਨਾ ਤੇ ਉਹਨਾਂ 10 'ਚੋਂ 2 ਨੂੰ ਲੱਭਾ 8 ਵੇਲੇ ਨੇ। ਤੇ ਦਿਹਾੜ ਕੀ ਚੱਲਦੀ ਸੀ ਇੱਥੇ 10 ਰੁਪਈਏ। ਉਸ ਟਾਈਮ ਤੇ ਮੈਂ ਜਿਹੜਾ ਬੰਦਾ 20 ਯੂਰੋ ਦਿਹਾੜ ਲੈਂਦਾ ਸੀ ਨਾ ਉਹਨੂੰ ਆਂਦੇ ਸਨ ਇਹ ਬਾਦਸ਼ਾਹ ਆਦਮੀ ਏ। ਬੱਲੇ। 20 ਯੂਰੋ ਦਿਹਾੜ ਉਸ ਟਾਈਮ ਬਾਦਸ਼ਾਹ ਸਮਝਦੇ ਉਹਨੂੰ ਕਿ ਇਹ ਬਾਦਸ਼ਾਹ ਆਦਮੀ ਏ। ਇੰਝ ਦੇ ਇੱਥੇ ਹਾਲਾਤ ਸਨ। ਹਾਲਾਤ ਤੇ ਆਏ ਹੋਏ ਨੇ ਇਹਦੇ 3-4 ਸਾਲਾਂ ਤੋਂ ਸਹੀ ਤਰ੍ਹਾਂ ਕੋਈ ਥੋੜ੍ਹੇ ਜਿਹੇ ਨਾ ਜਿਹੜੇ ਥੋੜ੍ਹੇ ਜਿਹੇ ਸੈੱਟ ਜਿਹੜੇ ਨੇ ਹੁਣ ਹੋਏ ਨੇ। ਪਹਿਲੇ ਤੇ ਇਹਦੇ ਹਾਲਾਤ ਬਹੁਤ ਖਰਾਬ ਸਨ। ਅੱਛਾ ਫਾਰੂਕ ਭਾਈ, ਇੱਕ ਗੱਲ ਹੋ ਰਹੀ ਕਿ ਚਲੋ ਯੂਨਾਨ 'ਚ ਤੁਸੀਂ ਕਾਫੀ ਅਰਸਾ ਗੁਜ਼ਾਰ ਦਿੱਤਾ ਹੈ ਤੇ ਯੂਨਾਨ 'ਚ ਤੁਸੀਂ ਕੀ ਸਮਝਦੇ ਹੋ ਕਿ ਪਾਕਿਸਤਾਨੀ ਕਮਿਊਨਿਟੀ ਜਿਹੜੀ ਯੂਨਾਨ 'ਚ ਵੇ, ਜਿਹੜੇ ਹੁਣ ਨਵੇਂ ਪਾਕਿਸਤਾਨ ਤੋਂ ਆਉਣਾ ਚਾਹੁੰਦੇ ਨੇ, ਉਹਨਾਂ ਨੂੰ ਕਿਹੜਾ ਕੋਈ ਕੰਮ ਸਿੱਖ ਕੇ ਆਉਣਾ ਚਾਹੀਦਾ ਕਿ ਉਹਨਾਂ ਵਾਸਤੇ ਇੱਥੇ ਬੈਸਟ ਯਾਨੀ ਕਿ ਕੰਮ ਹੋਏ ਔਰ ਬਹੁਤ ਅੱਛੀ ਜ਼ਿੰਦਗੀ ਉਹ ਗੁਜ਼ਾਰ ਸਕਣ? ਭਾਈ ਪਹਿਲੇ ਨੰਬਰ ਤੇ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਕਿ ਯੂਨਾਨ ਜੇ ਅਗਰ ਕੋਈ ਆਵੇ ਨਾ ਯੂਨਾਨ ਤਾਂ ਬਗੈਰ ਵੀਜ਼ੇ ਤੋਂ ਬੰਦਾ ਨਾ ਇੱਥੇ ਆਵੇ। ਬਗੈਰ ਵੀਜ਼ੇ ਤੋਂ ਆਏਗਾ ਤੇ ਮੈਂ ਤੁਹਾਨੂੰ ਆਪਣੀ ਮਿਸਾਲ ਦਿੰਦਾ, ਮੈਂ ਕੋਈ ਝੂਠ ਨਹੀਂ ਤੁਹਾਡੇ ਨਾਲ ਬੋਲਣ ਡਿਆ, ਹੱਕੀ ਸੱਚੀ ਗੱਲ ਮਾਨੀ ਕਰਾਂਗਾ। ਜੋ ਇੱਥੇ ਪ੍ਰਦੇਸ਼ 'ਚ ਹੁੰਦਾ ਇਨਸਾਨ ਦੇ ਨਾਲ, ਇੱਥੇ ਬਹੁਤ ਤੰਗੀਆਂ ਕੱਟਣੀਆਂ ਪੈਂਦੀਆਂ, ਐਵੇਂ ਨਹੀਂ ਸੁੱਖ ਲੱਭਦਾ, ਬਹੁਤ ਤਕਲੀਫਾਂ ਝੱਲਣੀਆਂ ਪੈਂਦੀਆਂ ਨੇ। ਤੇ ਇਹਦੇ ਤੋਂ ਬਿਹਤਰ ਇਹ ਹੀ ਹੈ ਵੀਜ਼ਾ ਲਓ ਤੇ ਫਿਰ ਜਾਓ ਕਿਤੇ। ਤੇ ਬਸ਼ਰਤ ਇਹ ਵਾ ਕਿ ਅੱਗੇ ਤੁਹਾਨੂੰ ਕੋਈ ਬੰਦਾ ਤੁਹਾਡਾ ਕੋਈ ਖਾਸ ਹੋਵੇ। ਯਾਨੀ ਕਿ ਕੰਮ ਕਿਹੜਾ ਸਿੱਖ ਕੇ ਆਉਣਾ ਚਾਹੀਦਾ ਤੁਹਾਡੇ ਖਿਆਲ ਨਾਲ? ਕੰਮ ਭਾਈ ਜਿਹੜਾ ਜੇ ਤੁਹਾਨੂੰ ਸਹੀ ਦੱਸਾਂ ਨਾ ਮੈਂ, ਕੰਮ ਤੇ ਇਹ ਹੀ ਜੇ ਕਿ ਆਓ ਜੇ ਤੇ ਬੰਦੇ ਦੇ ਵਿੱਚ ਬੰਦੇ ਦਾ ਅਖਲਾਕ ਹੋਵੇ ਨਾ ਤੇ ਕੰਮ ਅੱਗੋਂ ਜਿਹੜਾ ਫਿਰ ਇਨਸਾਨ ਕੋਈ ਨਾ ਕੋਈ ਸਿੱਖ ਜਾਂਦਾ ਹੈ। ਜ਼ਬਰਦਸਤ ਜੀ, ਬੜੀ ਅੱਛੀ ਬਾਤ ਕੀਤੀ ਹੈ ਭਾਈ ਫਾਰੂਕ ਨੇ ਕਿ ਤੁਸੀਂ ਅਗਰ ਯੂਨਾਨ ਆਉਣਾ ਚਾਹੁੰਦੇ ਹੋ ਨਾ ਤੇ ਤੁਹਾਡੇ ਕੋਲ ਕੋਈ ਨਾ ਕੋਈ ਸਕਿੱਲ ਹੋਣੀ ਚਾਹੀਦੀ ਹੈ। ਸਕਿੱਲ ਤੋਂ ਮੁਰਾਦ ਹੈ ਕਿ ਨਾ ਕੋਈ ਐਸਾ ਹੁਨਰ, ਐਸਾ ਕੰਮ ਹੋਣਾ ਚਾਹੀਦਾ ਕਿ ਤੁਸੀਂ ਅਗਰ ਕਿਸੇ ਦੀ ਮੁਹਤਾਜੀ ਕਰਦੇ ਹੋ ਨਾ, ਯਾਨੀ 2 4 5 ਸਾਲ ਕਿਸੇ ਨਾਲ ਕੰਮ ਕਰਦੇ ਹੋ ਤੇ ਤੁਸੀਂ ਇਸ ਤਰ੍ਹਾਂ ਦੀ ਸਟਰਗਲ ਕਰੋ ਕਿ ਤੁਸੀਂ ਆਉਣ ਵਾਲੇ ਵਕਤ 'ਚ ਆਪਣਾ ਕਾਰੋਬਾਰ, ਆਪਣਾ ਬਿਜ਼ਨਸ ਇੱਥੇ ਯੂਨਾਨ ਦੇ ਅੰਦਰ ਇਸਟੈਬਲਿਸ਼ ਕਰ ਸਕੋ ਤਾਂ ਕਿ ਤੁਸੀਂ ਆਪਣਾ ਫਿਊਚਰ ਬਿਹਤਰ ਕਰ ਸਕੋ। ਅੱਛਾ ਭਾਈ ਫਾਰੂਕ, ਇੱਕ ਬਾਤ ਹੋਰ ਹੈ ਤੁਹਾਡੇ ਨਾਲ ਕਿ ਇੰਨਾ ਅਰਸਾ ਵੀ ਤੁਸੀਂ ਯੂਨਾਨ 'ਚ ਗੁਜ਼ਾਰ ਦਿੱਤਾ ਹੈ ਤੇ ਪਾਕਿਸਤਾਨ ਵਾਲਦੈਨ ਦੀ ਯਾਦ ਆਉਂਦੀ ਹੈ ਔਰ ਵਾਲਦੈਨ ਦੇ ਵਿੱਚੋਂ ਹਯਾਤ ਨੇ ਜਾਂ ਕਿ ਵਾਲਦੈਨ ਦੀ ਯਾਦ ਕਿਹਨੂੰ ਨਹੀਂ ਭਾਈ ਆਉਂਦੀ। ਵਾਲਦੈਨ ਬਿਲਕੁਲ ਚਲੋ ਕੋਲ ਜਿਹੜਾ ਵੀ ਹੈ, ਇੱਕ ਵਾਰੀ ਪਰਦੇਸ ਜਿਹਨੇ ਕੱਟਿਆ ਹੋਵੇ ਨਾ ਤੇ ਸਹੀ ਸਮਝ ਉਹਨੂੰ ਲੱਗਦੀ ਕਿ ਵਾਲਦੈਨ ਦੀ ਕਿੱਦਾਂ, ਯਾਨੀ ਕਿ ਬਾਕੀ ਜਿਹੜੇ ਉੱਥੇ ਨੇ ਉਹ ਵੀ ਕਰਦੇ ਨੇ, ਲੇਕਿਨ ਜਿਹੜੀ ਜੁਦਾਈ ਹੈ ਨਾ, ਜੁਦਾਈ ਛੋਟਾ ਜਿਹਾ ਹੁੰਦਾ ਸਾਂ ਭਾਈ ਮੈਂ ਤੇ ਮੇਰੀ ਮਾਂ, ਮੈਂ ਉਹਨੂੰ ਕਹਿਣਾ ਮੈਂ ਬਾਹਰ ਜਾਣਾ ਤੇ ਮੈਨੂੰ ਆਂਦੇ ਹੁੰਦੇ ਸਨ ਪੁੱਤਰ ਕੰਦੋਲੇ ਪਰਦੇਸ ਆ। ਮੈਨੂੰ ਹੁਣ ਪਤਾ ਲੱਗਾ ਭਾਈ ਆਣ ਕੇ ਇੱਥੇ ਕਿ ਕੰਦੋਲੇ ਪਰਦੇਸ ਕਿਹਨੂੰ ਆਂਦੇ ਸਨ। ਅਸਲ 'ਚ ਭਾਈ ਫਾਰੂਕ ਇਹ ਸਵਾਲ ਕਰਨ ਦਾ ਮਤਲਬ ਹੈ ਕਿ ਤੁਹਾਡੀ ਇੱਕ ਵੀਡੀਓ ਵੇਖੀ ਟਿਕਟਾਕ 'ਤੇ ਬੜੀ ਵਾਇਰਲ ਹੋਈ ਔਰ ਬੜੇ ਤੁਸੀਂ ਇਮੋਸ਼ਨਲਸ ਹੋ ਔਰ ਸਾਨੂੰ ਵੀ ਸਾਰਿਆਂ ਨੂੰ ਯਾਨੀ ਵਾਲਦੈਨ ਦੀ ਯਾਦ ਆਉਂਦੀ ਹੈ, ਲੇਕਿਨ ਕੁਝ ਚੀਜ਼ਾਂ ਐਸੀਆਂ ਹੁੰਦੀਆਂ ਨੇ ਕਿ ਬੰਦਾ ਵਾਕਈ ਦਿਲੋਂ ਹੋ ਕੇ ਬੋਲਦਾ ਹੈ। ਤੇ ਕੀ ਵਜ੍ਹਾ ਸੀ ਕਿ ਤੁਸੀਂ ਐਡੇ ਇਮੋਸ਼ਨਲ ਹੋ ਗਏ ਔਰ ਤੁਹਾਂ ਵੀਡੀਓ ਵੀ ਅਪਲੋਡ ਕਰ ਦਿੱਤੀਆਂ? ਇਮੋਸ਼ਨਲ ਭਾਈ ਤੁਹਾਨੂੰ ਦੱਸਾਂ ਕਿ ਮੈਂ ਨਹੀਂ ਪਰੇਸ਼ਾਨ ਹੁੰਦਾ। ਮੈਨੂੰ ਹੋਰ ਵੀ 15 ਸਾਲ ਕੱਟਣੇ ਪੈਣ ਮੈਂ ਕੱਟ ਲਾਂਗਾ। ਮੇਰਾ ਵਾਲਦੈਨ ਬੁੜੇ ਨੇ, ਵਾਲਦ ਜਿਹੜੇ ਨੇ ਉਹ 4 ਭਾਈ ਤੇ ਹੁੰਦੇ ਨੇ, ਉਹਨਾਂ ਨੂੰ ਤੇ ਫੜ ਕੇ ਪਿਸ਼ਾਬ ਸ਼ੂਬ ਕਰਾਉਣਾ ਹੁੰਦਾ ਤੇ ਮੇਰਾ ਦਿਲ ਡਰਦਾ ਹੈ। ਮੈਂ ਐਡਾ ਬਦਨਸੀਬ, ਮੇਰੀ ਦਾਦਾ ਜੀ ਫੌਤ ਹੋਏ ਨੇ, ਮੈਂ ਜਨਾਜ਼ਾ ਨਹੀਂ ਪੜ੍ਹ ਸਕਿਆ, ਮੇਰੀ ਦਾਦੀ ਫੌਤ ਹੋਈ। ਕੋਈ ਨਹੀਂ, ਅੱਲਾਹ ਪਾਕ ਦੀ ਜ਼ਾਤ ਤੁਹਾਨੂੰ ਸਬਰ ਦੇ। ਦੁੱਖ ਬਾਕੀ ਸਾਰਿਆਂ ਦੇ ਅਸੀਂ ਵੀ ਇਸ ਤਰ੍ਹਾਂ ਹੀ ਆ, ਲੇਕਿਨ ਵਜ੍ਹਾ ਹੈ ਵੇ ਕੁਝ ਚੀਜ਼ਾਂ ਐਸੀਆਂ ਹੁੰਦੀਆਂ ਨੇ ਦੋਸਤੋ ਕਿ ਜ਼ਿੰਦਗੀ 'ਚ ਬੰਦਾ ਉਹਨਾਂ ਨੂੰ ਪਾਉਣਾ ਚਾਹੁੰਦਾ ਲੇਕਿਨ ਪਾ ਫਿਰ ਵੀ ਨਹੀਂ ਹੋ ਸਕਦਾ। ਲੇਕਿਨ ਆਪਣੇ ਆਪ ਤੋਂ ਦੂਰ ਹੋ ਕੇ ਵੀ ਨਾ ਕੋਸ਼ਿਸ਼ ਆਹੀ ਬੰਦੇ ਦੀ ਹੁੰਦੀ ਹੈ ਕਿ ਮੈਂ ਦੂਸਰਿਆਂ ਨੂੰ ਅੱਗੇ ਨਿਕਲ ਜਾਵਾਂ, ਲੇਕਿਨ ਜੋ ਮੁਕੱਦਰ ਔਰ ਨਸੀਬ 'ਚ ਹੈ ਨਾ ਉਹਦੇ ਤੋਂ ਬੰਦਾ ਕਦੀ ਵੀ ਅੱਗੇ ਨਹੀਂ ਨਿਕਲ ਸਕਦਾ। ਤੇ ਬਾਕੀ ਭਾਈ ਫਾਰੂਕ ਅਸੀਂ ਤੁਹਾਡੇ ਜਜ਼ਬਾਤ ਸਮਝ ਸਕਨੇ ਹਾਂ ਔਰ ਆਪਣੇ ਵਾਲਦੈਨ ਵਾਸਤੇ ਦੁਆ ਅਸੀਂ ਵੀ ਤੁਹਾਡੇ ਵਾਲਦੈਨ ਵਾਸਤੇ ਕਰਨੇ ਆ। ਔਰ ਦੂਸਰੀ ਗੱਲ ਹੈ ਤੁਹਾਡੇ ਨਾਲ ਕਰਨਾ ਚਾਹੁੰਦਾ ਕਿ ਕਿਆ ਤੁਸੀਂ ਹੁਣ ਪਾਕਿਸਤਾਨ ਅਨ ਕਰੀਬ ਜਾਣਾ ਹੈ ਕਿ ਜਾਂ ਹਲੇ ਥੋੜ੍ਹਾ, ਯਾਨੀ ਕਿ ਮਜਬੂਰੀਆਂ ਜ਼ਰੂਰਤਾਂ ਹੀ ਹੁੰਦੀਆਂ ਨੇ ਬੰਦੇ ਰੋਕਦੀਆਂ ਨੇ ਕਿ ਜਾਂ ਹਲੇ ਵੀ ਫਿਲਹਾਲ ਇੱਥੇ ਵੇਟ ਕਰਨਾ ਹੈ?
ਨਹੀਂ ਭਾਈ ਮੈਨੂੰ ਤਾਂ ਸਵੇਰੇ ਕਾਗਜ਼ ਦੇ ਦੇਣਾ, ਮੈਂ ਆਪੇ ਇੱਥੇ ਘਰ ਨਹੀਂ ਆਵਾਂਗਾ, ਮੈਂ ਤਾਂ ਪਹਿਲਾਂ ਟਿਕਟ ਲੈਣ ਜਾਵਾਂਗਾ। ਜ਼ਿੰਦਾਬਾਦ। ਇਸ ਤੋਂ ਵੱਧ ਮੇਰੇ ਕੋਲ ਨਹੀਂ ਇੰਤਜ਼ਾਰ ਹੁੰਦਾ। ਔਰ तो ਕੰਮ ਕਾਹਦਾ ਕਰਦੇ ਹੋ? मैं सर्विस स्टेशन ਦਾ ਭਾਈ। ਕੰਮ ਸ਼ਮ ਸਹੀ ਹੈ? ਅਲਹਮਦੁਲਿਲਾ, ਸ਼ੁਕਰ ਹੈ ਅੱਲਾਹ ਪਾਕ। ਤੁਸੀਂ ਯੂਨਾਨ 'ਚ ਖੁਸ਼ ਹੋ? ਮੈਂ ਖੁਸ਼ ਹਾਂ, ਲੇਕਿਨ ਖੁਸ਼ ਕਿੱਦਾਂ ਹੋਣਾ ਵੀ ਜਦੋਂ ਪਿੱਛੋਂ ਟੈਨਸ਼ਨ ਆਉਂਦੀ ਫਿਰ ਖੁਸ਼ੀ ਨਹੀਂ ਨਾ ਲੱਭਦੀ, ਪੈਸੇ ਨਾਲ ਖੁਸ਼ੀ ਨਹੀਂ ਲੱਭਦੀ। ਤੇ ਜਿਹੜੇ ਨਵੀਂ ਨੌਜਵਾਨ ਨਸਲ ਹੈ ਜਿਹੜੀ ਪਾਕਿਸਤਾਨ ਤੋਂ ਯਾਨੀ ਕਿ ਹਰ ਚੀਜ਼ ਵੇਚ ਕੇ ਵੀ ਆਂਦੀ ਅਸੀਂ ਯੂਰਪ ਜਾਣਾ ਹੈ, ਉਹਨਾਂ ਵਾਸਤੇ ਕੀ ਪੈਗਾਮ ਹੈ ਵਾਲਦੈਨ ਦੇ ਹਵਾਲੇ ਨਾਲ ਔਰ ਜਿਹੜੀ ਇੱਥੇ ਸਟਰਗਲ ਹੈ ਯਾਨੀ ਕਿ ਲਾਈਫ ਦੇ ਅੰਦਰ? ਭਾਈ ਆਣ ਵੀਜ਼ੇ ਤੇ ਆਣ, ਬਹਰਹਾਲ ਅੱਗੋਂ ਉਹਨਾਂ ਦਾ ਜਾਣਨ ਵਾਲਾ ਵੀ ਹੋਵੇ ਜਿਹੜਾ ਉਹਨਾਂ ਨੂੰ ਪੈਰਾਂ ਤੇ ਵੀ ਖਿਲਾਰੇ। ਇਹ ਨਹੀਂ ਕਿ ਆਇਆ ਤੇ ਫਿਰ ਗਲੀਆਂ ਮਹੱਲੇ ਹੀ ਇੱਥੇ ਰੁਲਦੇ ਬੰਦੇ। ਮੈਂ ਆਪਣੀਆਂ ਅੱਖਾਂ ਨਾਲ ਵੇਖੇ ਨੇ ਇੱਥੇ ਬੰਦੇ, ਕੀ ਹਾਲਾਤ ਹੁੰਦੇ ਸਨ ਇੱਥੇ। ਤੇ ਬੰਦੇ ਦਾ ਜਦੋਂ ਕੋਈ ਵਾਕਫ ਹੋਵੇ ਜਾਂ ਕੋਈ ਚੰਗਾ ਦੋਸਤ ਜਾਂ ਭਰਾ ਉਹਦੇ ਕੋਲ ਆਵੇ, ਉਹਨੂੰ ਇੱਜ਼ਤ ਤਰੀਕੇ ਨਾਲ ਸਾਰੀ ਸ਼ੈ, ਇੱਥੇ ਬੰਦਿਆਂ ਨੂੰ ਨੋਚ ਵੀ ਜਾਂਦੇ ਨੇ। ਠੀਕ ਹੈ। ਅੱਛਾ, ਹੁਣ ਜਿਹੜੀ ਨਵੀਂ ਨਸਲ ਸਾਡੀ ਪਾਕਿਸਤਾਨ ਤੋਂ ਆਉਂਦੀ यहाँ जाने ही यूनान है और यूनान ਦੇ ਤੁਹਾਨੂੰ ਪਤਾ ਜੋ ਹਾਲਾਤ ਨੇ, ਸਾਰੇ ਕਾਨੂੰਨ ਵੀ ਬੰਦ ਕਰ ਦਿੱਤੇ ਗਏ ਨੇ। ਔਰ ਇੱਥੇ ਅਗਰ ਯੂਨਾਨ ਬੰਦੇ ਆ ਵੀ ਜਾਂਦੇ ਨੇ, ਫਾਰ ਐਗਜ਼ਾਮਪਲ ਵੀਜ਼ਿਆਂ ਤੇ ਲੋਕ ਆ ਰਹੇ ਨੇ, ਲੇਕਿਨ ਵੀਜ਼ਿਆਂ ਤੇ ਆ ਕੇ ਕਿਆ ਉਹਨਾਂ ਦੇ ਅੱਗੇ ਆਪਣਾ ਜ਼ਰੂਰੀ ਹੋਣਾ ਚਾਹੀਦਾ ਕੋਈ ਆਪਣਾ ਬੰਦਾ, ਕਿ ਜਾਂ ਸਿਰਫ ਦੋਸਤਾਂ ਤੇ ਟਰਸਟ ਕਰਕੇ ਉਹ ਯੂਨਾਨ ਆ ਜਾਣ? ਤੁਹਾਡੇ ਖਿਆਲ ਕੀ ਹੈ ਕਿ ਕੋਈ ਆਪਣਾ ਹੋਏ ਤੇ ਆਉਣ, ਕਿ ਜਾਂ ਦੋਸਤਾਂ ਤੇ ਟਰਸਟ ਕਰਨ ਤੇ ਆ ਜਾਣ ਬਸ? ਨਹੀਂ ਵੇਖੋ ਭਾਈ, ਕਿਸੇ ਦੀ ਹਸੀਅਤ ਨਹੀਂ ਵੀ ਹੁੰਦੀ ਵੀ ਇੰਨਾ ਕੁਝ ਕਿਸੇ ਕੋਲ ਸਰਮਾਇਆ ਹੋਵੇ ਤੇ ਸਾਰਾ ਕੁਝ ਇੰਜ, ਤੇ ਕਿਸੇ ਦੋਸਤ ਤੇ ਵੀ ਹੁੰਦਾ। ਦੋਸਤ ਵੀ ਐਡੇ ਸਾਰੇ ਬੁਰੇ ਨਹੀਂ ਹੁੰਦੇ। ਬਿਲਕੁਲ ਸਹੀ ਗੱਲ। ਹੱਥ ਦੀਆਂ ਉਂਗਲਾਂ ਪੰਜ ਨੇ, ਇਹ ਨਹੀਂ ਬਰਾਬਰ ਹੈ। ਬਿਲਕੁਲ। ਔਰ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਅਗਰ ਯੂਨਾਨ ਦੇ ਹਾਲਾਤ ਮਜ਼ੀਦ ਹੋਰ ਸਖਤ ਹੋ ਜਾਂਦੇ ਨੇ ਤੇ ਪਾਕਿਸਤਾਨੀਆਂ ਵਾਸਤੇ ਵੀ ਸਖਤੀਆਂ ਨੇ ਜਾਂ ਸਾਰਿਆਂ ਵਾਸਤੇ ਸਖਤੀਆਂ ਨੇ? ਭਾਈ ਤੁਸੀਂ ਕੀ ਵੇਖਿਆ ਯਾਨੀ ਇਸ ਤੋਂ ਪਿੱਛੇ ਵੀ? ਭਾਈ ਮੈਂ ਇੱਥੇ ਇਸ ਤੋਂ ਪਿੱਛੇ ਜਿਹੜਾ ਵੇਖਿਆ ਜੇ ਕਿ ਮੈਂ 2 ਦਫਾ ਫੜਿਆ ਗਿਆ ਵਾਂ, ਤੇ ਫੜਿਆ ਵੀ ਇੰਜ ਕੰਮ ਦੇ ਉੱਤੋਂ ਛੁੱਟੀ ਕਰਕੇ ਫੜਿਆ ਗਿਆ। ਇੱਕ ਵਾਰੀ ਜਾਂਦਿਆਂ ਫੜਿਆ ਗਿਆ ਸੁਬਾਹ ਤੇ ਇੱਕ ਵਾਰੀ ਸ਼ਾਮ ਨੂੰ ਛੁੱਟੀ ਕਰਕੇ ਫੜਿਆ ਗਿਆ। ਮੈਂ 4 ਮਹੀਨੇ ਅੰਦਰ ਰਿਹਾ। ਬਹੁਤ ਔਖਾ ਹੋ ਜਾਂਦਾ ਇਨਸਾਨ ਵਾਸਤੇ ਇੱਥੇ। ਅੱਛਾ, ਤੇ ਟਿਕਟਾਕ ਤੁਹਾਡਾ ਅਪਲੋਡ ਵੇਖੀ ਹੈ, ਮੈਂ ਵੀ ਵੀਡੀਓ ਵੇਖੀ ਤੁਹਾਡੀ, ਯਾਨੀ ਕਿ ਮੈਨੂੰ ਆਪ ਹੀ ਬੜਾ ਹੈ ਕਿ ਤੁਹਾਨੂੰ ਮਿਲਣਾ ਔਰ ਤੁਹਾਨੂੰ ਮਿਲੇ ਵੀ ਆ। ਤੁਹਾਡਾ ਬਹੁਤ ਸ਼ੁਕਰੀਆ, ਤੁਹਾਨੂੰ ਟਾਈਮ ਦਿੱਤਾ। ਤੇ ਟਿਕਟਾਕ ਦਾ ਖਿਆਲ ਕਿਸ ਤਰ੍ਹਾਂ ਆ ਗਿਆ ਤੁਹਾਨੂੰ? ਟਿਕਟਾਕ ਤੇ ਮੈਂ ਵੀਡੀਓ ਉੱਦਾਂ ਹੀ ਸ਼ੌਕ ਨਾਲ ਹੀ ਪਾਉਂਦਾ ਰਹਿਣਾ ਹਾਂ। ਕਦੇ ਗਾਣੇ ਮਾਣੇ ਇੰਜ ਲਾ ਦੇਣੇ, ਪਰ ਵੈਸੇ ਹੀ ਉੱਦਾਂ ਸ਼ੌਕ ਨਾਲ ਹੀ, ਹੋਰ ਕੋਈ ਨਹੀਂ, ਕੋਈ ਇਹ ਫੀਲਿੰਗ ਦੇ ਨਾਲ ਨਹੀਂ। ਫੀਲਿੰਗ ਜਿਹੜੀ ਮੇਰੇ ਅੰਦਰ ਆ ਨਾ, ਸਿਰਫ ਮੇਰੀ ਮਾਂ ਵਾਸਤੇ ਆ, ਔਰ ਕਿਸੇ ਵਾਸਤੇ ਨਹੀਂ। ਮੈਂ ਸਿਰਫ ਆਪਣੀ ਮਾਂ ਵਾਸਤੇ ਜਿਹੜਾ ਨਾ, ਚਲੋ ਟਿਕਟਾਕ ਤੇ ਟੁਰ ਪਏ, ਲੇਕਿਨ ਮੇਰੇ ਯਕੀਨ ਮੰਨੋ ਜਦੋਂ ਕੰਮ ਤੋਂ ਬੰਦਾ ਥੱਕਾ ਟੁੱਟਾ ਹੁੰਦਾ ਵਾ, ਸਵੇਰੇ ਜਾਣ ਲੱਗਾ ਵੀ ਜੇ ਪਾਕਿਸਤਾਨ ਹੋਵੋ ਤੇ ਮਾਂ ਨੇ ਤੇ ਕਹਿਣਾ ਨਾ, ਪੁੱਤ ਰੋਟੀ ਖਾਈ ਜਾ, ਜੇ ਨਹੀਂ ਤੇ ਨਾਲ ਲਵੇਟੀ ਜਾ। ਇੱਥੇ ਕਰਕੇ ਵੀ ਨਹੀਂ ਜਾਣਾ, ਲੇਟ ਨਾ ਹੋ ਜਾਈਏ, ਮਾਲਕ ਨਾ ਗੁੱਸੇ ਹੋਵੇ। ਟਾਈਮ ਨਾਲ ਦੁਕਾਨ ਖੋਲ੍ਹਣੀ ਹੈ ਤੇ ਆਉਣ ਦਾ ਪਤਾ ਕੋਈ ਨਹੀਂ, ਘੰਟਾ ਉੱਤੇ ਵੀ ਲੱਗ ਸਕਦਾ। ਤੇ ਜਿਸ ਟਾਈਮ ਘਰ ਆਉਣਾ ਤੇ ਆਣ ਕੇ ਜਿਹੜਾ ਵਾ ਉਹ ਫਿਰ ਸਾਰਾ ਕੁਝ ਕਰਨਾ, ਤੇ ਮਾਂ ਆਪਣੀ ਯਾਦ ਜਿਸ ਟਾਈਮ ਲੰਮੇ ਪੈਣਾ। ਜ਼ੇਨ ਪਾਕਿਸਤਾਨ ਘਰ, ਤੁਹਾਨੂੰ ਮੈਂ ਦੱਸਿਆ ਮੇਰੀ ਦਾਦੀ ਦਾਦਾ 2 ਚਾਚੇ ਮੇਰੇ ਅੱਬੇ ਤੋਂ ਛੋਟੇ ਸਨ, ਮੇਰੇ ਵਾਲਦ ਤੋਂ ਛੋਟੇ ਸਨ, ਫੌਤ ਹੋ ਗਏ। ਮੇਰੇ ਅੱਬੇ ਹੁਣੀ ਵੱਡੇ ਨੇ। ਪਹਿਲੇ ਮੈਨੂੰ ਮੇਰੇ ਅੰਦਰ ਅੱਜ ਵੀ ਇਸ ਚੀਜ਼ ਦਾ ਹੌਸਲਾ ਹੈ, ਮੈਨੂੰ ਪਤਾ ਹੈ ਮੈਂ ਇਨਸ਼ਾਅੱਲਾ ਜਿੰਦਿਆਂ ਮਿਲਾਂਗਾ, ਪਰ ਕਿਸ ਟਾਈਮ ਦਿਲ ਡਰ ਜਾਂਦਾ, ਘਬਰਾ ਜਾਂਦਾ। ਫਿਰ ਸੋਚ 'ਚ ਪਿਆ ਹੋਏ ਤਾਂ ਮੈਂ ਇੱਦਾਂ ਹੀ ਬੈਠਾ ਸਾਂ, ਆਪਣੀ ਸੋਚ ਹੀ ਸੋਚ ਜਾਂਦੀ ਹੋਈ ਘਰ ਬਿਲਕੁਲ ਜਾਂਦੀ, ਹੋਰ ਕਿਤੇ ਐਸ ਹੁਣ ਕਿੱਥੇ ਜਾਣੀ ਹੈ। ਤੇ ਭਾਈ ਹੁਣੀ ਬੈਠੇ ਸਨ ਉੱਥੇ, ਤੇ ਇਹਨਾਂ ਨੇ ਫੜ ਕੇ ਤੇ ਵੀਡੀਓ ਬਣਾ ਦਿੱਤੀ। ਬਣਾਈ ਇਹਨਾਂ ਅਚਾਨਕ ਹੀ ਇੰਝ ਹੀ, ਪਹਿਲੋਂ ਉਹਨਾਂ ਮੈਨੂੰ ਆਂਦੀ ਤੁਹਾਡੀ ਅੱਜ ਵੀਡੀਓ ਬਣਾਵਾਂਗੇ। ਮੈਂ ਕਿਹਾ ਚਲੋ ਵੇਖ ਲਾਂਗੇ। ਤੇ ਇਹਨਾਂ ਕੈਮਰਾ ਇੰਝ ਲਿਆ ਕੇ ਨਾ, ਉਹਨਾਂ ਕਹਾ ਭਾਈ ਫਰੂਕ ਕੀ ਗੱਲ ਪਰੇਸ਼ਾਨ ਹੋਏ? ਮੈਨੂੰ ਸਮਝ ਲੱਗ ਗਈ ਵੀਡੀਓ ਬਣਾਉਣ ਲੱਗਾ, ਮੈਂ ਬੋਲਣ ਡਿਆ ਪਿਆ। ਮੇਰੇ ਅੰਦਰ ਦੇ ਜਜ਼ਬਾਤ ਸਨ, ਮੈਂ ਕੋਈ ਝੂਠ ਤੇ ਨਹੀਂ ਸਾ ਬੋਲਣ ਡਿਆ ਇਸ ਚੀਜ਼ 'ਚ। ਤੇ ਅੱਛਾ, ਹੁਣ ਟਿਕਟਾਕ ਤੁਸੀਂ ਚਲੋ ਇਸਤੇਮਾਲ ਕਰਦੇ ਹੋ, ਤੇ ਲੇਕਿਨ ਇੱਕ ਬਾਤ ਹੈ ਕਿ ਚਲੋ ਅੱਛੇ ਮੈਸੇਜ ਤੁਸੀਂ ਡਿਲੀਵਰ ਕਰਦੇ ਹੋ ਲੋਕਾਂ ਵਾਸਤੇ ਔਰ ਪ੍ਰਦੇਸੀਆਂ ਵਾਸਤੇ। ਔਰ ਪ੍ਰਦੇਸੀਆਂ ਦੀ ਜ਼ਿੰਦਗੀ ਵਾਕਈ ਥੋੜ੍ਹੀ ਜਿਹੀ ਮੁਸ਼ਕਿਲ ਤੇ ਹੈ ਹੀ ਹੈ। ਤੇ ਕੋਈ ਐਸਾ ਬੰਦਾ ਜਿਹੜਾ ਤੁਹਾਡਾ ਫੇਵਰੇਟ ਕੋਈ ਟਿਕਟਾਕਰ ਵੀ ਹੋਏ ਜਿਹਨੂੰ ਤੁਸੀਂ ਬੜਾ ਪਸੰਦ ਕਰਦੇ ਹੋ ਯੂਨਾਨ ਦੇ ਅੰਦਰ? ਯੂਨਾਨ ਦੇ ਅੰਦਰ ਹਾਂ, ਫੇਵਰੇਟ ਜਿਹੜਾ ਜੇ ਨਾ, ਗੱਲ ਮੈਂ ਤਾਂ ਕੀ ਹੈ ਜੀ, ਜਿੱਥੇ ਕੋਈ ਵੀ ਟਿਕਟਾਕਰ ਹੋਵੇ ਜਾਂ ਦੂਸਰਾ ਵੀ ਗਲਤ ਕਰੇਗਾ, ਮੈਂ ਉਹਨੂੰ ਫੇਵਰੇਟ ਨਹੀਂ ਗਿਣਦਾ। ਜਿਹਦੀ ਗੱਲ ਸੋਹਣੀ ਲੱਗਦੀ ਹੈ ਨਾ, ਉਹ ਚਾਹੇ ਮੇਰਾ ਵਾਕਫ ਹੈ ਜਾਂ ਨਹੀਂ ਹੈ, ਮੈਂ ਉਹਦੀ ਗੱਲ ਸੁਣਦਾ ਹੁੰਦਾ ਟਿਕਟਾਕ ਤੇ। ਨਹੀਂ, ਤੁਹਾਨੂੰ ਕਿਹੜਾ ਬੰਦਾ ਪਸੰਦ ਹੈ ਜਿਹੜਾ ਕਿ ਹਸਾਂਦਾ ਵੀ ਹੈ, ਯਾਨੀ ਕਿ ਤੁਹਾਨੂੰ ਚੰਗਾ ਹਸਾਂਦਾ? ਮੇਰੀ ਬਹੁਤੀ ਯਾਰੀ ਜਿਹੜੀ ਹੈ ਬਾਬੂ ਬ੍ਰਾਂਡ ਨਾਲ। ਆਏ ਓਏ, ਯਾਨੀ ਆਰਵ ਗੁਜਰਾਤੀ। ਆਰਫ ਗੁਜਰਾਤੀ। ਉਹਦੇ ਵਾਸਤੇ ਕੀ ਮੈਸੇਜ ਆਰਵ ਗੁਜਰਾਤੀ ਵਾਸਤੇ? ਉਹਦੇ ਵਾਸਤੇ ਬਹੁਤ ਅੱਲਾ ਦੀ ਕਸਮ ਬਹੁਤ ਅੱਛਾ ਇਨਸਾਨ ਆ। ਮੈਂ ਉਹਦੇ ਨਾਲ ਮੁਲਾਕਾਤ ਕੀਤੀ, ਮੈਂ ਇੱਥੇ ਗਿਆ ਉਹਨਾਂ ਕੋਲ, ਏਅਰਪੋਰਟ ਤੇ ਲੈ ਕੇ ਆਇਆ ਨਾਲ ਘਰ, ਤੇ ਬਹੁਤ ਸਾਦਾ ਇਨਸਾਨ ਹੈ, ਸਾਦਾ। ਲੇਕਿਨ ਕੁਝ ਬੰਦੇ ਤੇ ਇਹ ਸਮਝਦੇ ਨੇ ਬਾਬੂ ਹਰੇ ਕਿਹੜੀ ਬਲਾ ਹੈ। ਨਹੀਂ 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 ਨਹੀਂ, ਬਾਬੂ ਜਿਹੜਾ ਬਹੁਤ ਸ਼ਰੀਫ ਆਦਮੀ। ਅੱਛਾ,
ਯਾਨੀ ਬਾਬੂ ਨੂੰ ਇੱਜ਼ਤ ਪਸੰਦ ਕਰਦਾ ਕਰਦਾ। ਤੇ ਇੱਜ਼ਤ ਕਰਾਉਂਦਾ। ਵੇਖੋ ਜੀ, ਇੱਕ ਤੁਸੀਂ ਹੁਣ ਇੱਕ ਮੈਂ ਗੱਲ ਕਰਨ ਡਿਆ, ਕੋਈ ਮੈਨੂੰ ਜਾਣ ਕੇ ਧੱਕਾ ਮਾਰੇ ਤਾਂ ਫਿਰ ਮੈਨੂੰ ਗੁੱਸਾ ਤੇ ਆਣਾ ਨਾ, ਕਿਉਂ ਧੱਕਾ ਮਾਰ ਰਹੀ, ਲੇਕਿਨ ਉਹ ਫਿਰ ਵੀ ਸਬਰ ਕਰ ਜਾਣ ਵਾਲਾ। ਉਹਨੂੰ ਮੈਂ ਇਹ ਵੇਖਿਆ, ਨੋਟ ਕੀਤਾ। ਯਾਨੀ ਬਾਬੂ ਦੇ ਬਾਰੇ ਹੈ ਭਾਈ ਹੋਰਾਂ ਦਾ ਖਿਆਲ ਹੈ ਕਿ ਬਾਬੂ ਇੱਕ ਅੱਛਾ ਬੰਦਾ ਹੈ ਔਰ ਗ੍ਰੇਟ ਬੰਦਾ ਹੈ, ਔਰ ਬਾਬੂ ਨੂੰ ਮਿਲੇ ਵੀ ਨੇ, ਔਰ ਫੇਵਰੇਟ ਬੰਦਾ ਤੁਹਾਡਾ ਬਾਬੂ ਹੀ ਹੋਏ, ਯਾਨੀ ਕਿ ਟਿਕਟਾਕ ਦੇ ਹਵਾਲੇ ਨਾਲ ਯੂਨਾਨ 'ਚ। ਬਿਲਕੁਲ ਜੀ, ਉਹਦਾ ਦੋਸਤੀ ਵੀ ਜਿਉਂ ਉਹਦੇ ਨਾਲ ਹੈ ਤੇ ਅੱਛਾ ਹੈ, ਬੁਰਾ ਨਹੀਂ। ਅੱਛਾ, ਹੁਣ ਇੱਕ ਗੱਲ ਹੈ ਯੂਨਾਨ ਦੀ ਹਕੂਮਤ ਦੇ ਬਾਰੇ ਤੁਹਾਡੇ ਕੀ ਤਾਸਰਾਤ ਨੇ, ਕਿ ਵਾਕਈ ਯੂਨਾਨ ਦੇ ਜਿਹੜੀ ਹਕੂਮਤ ਹੈ ਉਹ ਸਹੀ ਹੈ, ਯਾਨੀ ਕਿ ਤੁਹਾਨੂੰ ਪਸੰਦ ਹੈ ਕਿ ਯੂਨਾਨ ਦੇ ਕਾਨੂੰਨ ਜਿਹੜੇ ਹੋਣਗੇ ਉਹਨਾਂ ਨੂੰ ਸਾਨੂੰ ਵੀ ਫਾਲੋ ਕਰਨਾ ਚਾਹੀਦਾ ਹੈ, ਯਾਨੀ ਕਿ ਠੀਕ ਹੈ ਨਿਜ਼ਾਮ? ਭਾਈ ਜਾਨ, ਗੱਲ ਮੈਂ ਤਾਂ ਕੀ ਹੈ ਕਿ ਮੈਂ ਨਾ ਵੇਨਾ ਤਿੰਨਾਂ ਵਾਲੇ ਆਪਣਾ ਕਾਨੂੰਨ ਨੂੰ ਤੇ ਨਾ ਸੱਤਾਂ ਵਾਲੇ ਨੂੰ। ਇੱਥੇ ਕੋਈ ਭਾਈ ਕਾਨੂੰਨ ਨਹੀਂ ਹੈ। ਮੈਂ ਕੁੱਤੇ ਨੂੰ ਢੇਮ ਨਹੀਂ ਅੱਜ ਤੱਕ ਮਾਰੀ, ਬਿਲਕੁਲ ਸਾਫ਼ ਹਾਂ, ਬਿਲਕੁਲ ਸਾਫ਼ ਹਾਂ। ਤੇ ਮੈਂ 2022 ਦੇ ਜਮ੍ਹਾਂ ਕਰਾਏ ਆ, ਤੀਸਰੇ ਮਹੀਨੇ ਦੇ, ਤੇ ਪੌਣੇ 2 ਸਾਲ ਹੋ ਗਏ ਮੈਂ ਫਿੰਗਰ ਦਿੱਤੇ ਨੇ, ਤੇ ਹਜੇ ਤੱਕ ਕਾਰਡ ਨਹੀਂ ਆਉਣ ਡਿਆ। ਯਾਨੀ ਪੇਪਰਾਂ ਦੇ ਮਾਮਲੇ 'ਚ ਅੱਛਾ ਖਾਸੀ ਪੇਪਰਾਂ ਦੇ ਮੁਸੀਬਤ ਹੈ। ਮਾਮਲੇ 'ਚ ਬਹੁਤ ਮੁਸੀਬਤ ਹੈ ਇੱਥੇ। ਅੱਛਾ, ਹੁਣ ਪਾਕਿਸਤਾਨ ਦੇ ਬਾਰੇ ਤੁਹਾਡੇ ਕੀ ਤਾਸੁਰਾਤ ਨੇ? ਆਪਣੀ ਸਰਜ਼ਮੀਨ ਹੈ, ਆਪਣਾ ਵਤਨ ਹੈ, ਪਾਕਿਸਤਾਨ ਤੋਂ ਤਕਰੀਬਨ ਕਾਫੀ ਅਰਸਾ ਬਾਹਰ ਗੁਜ਼ਾਰਿਆ ਹੈ, ਜੀ। ਅੱਜ ਵੀ ਪਾਕਿਸਤਾਨ ਵਾਸਤੇ ਤੁਹਾਡੇ ਦਿਲ 'ਚ ਕੀ ਮੁਹੱਬਤ ਹੈ? ਪਾਕਿਸਤਾਨ ਭਾਈ ਜੀ, ਮੈਂ ਤੁਹਾਨੂੰ ਹਕੀਕਤਨ ਦੱਸਾਂ, ਮੈਂ ਪਿੰਡ ਦਾ ਰਹਿਣ ਵਾਲਾ ਬੰਦਾ। ਠੀਕ ਹੈ। ਕਸਮ ਆ, ਸ਼ਾਮ ਦਾ ਟਾਈਮ ਆ, ਪੈਦਾ ਕਰਨ ਵਾਲੇ ਦੀ ਝੂਠ ਬੋਲਾਂ, ਉਸ ਮਿੱਟੀ ਦੀ ਖੁਸ਼ਬੂ ਨਹੀਂ ਇੰਨਿਆਂ ਸਾਲਾਂ 'ਚ ਇੱਥੇ ਲੱਭੀ ਸਾਨੂੰ। ਹਾਏ, ਇਹ ਜੇ ਵਤਨ ਨਾਲ ਮੁਹੱਬਤ। ਪ੍ਰਦੇਸ ਆਪਣੀ ਜਗ੍ਹਾ ਹੈ, ਤੁਹਾਡੇ ਨਿਜ਼ਾਮੇ ਜ਼ਿੰਦਗੀ ਆਪਣੀ ਜਗ੍ਹਾ ਨੇ, ਲੇਕਿਨ ਵਤਨ ਨਾਲ ਮੁਹੱਬਤ ਜਿਹੜੀ ਹੈ ਨਾ, ਉਹ ਤੁਹਾਡਾ ਈਮਾਨ ਦਾ ਹਿੱਸਾ ਹੈ। ਔਰ ਭਾਈ ਫਰੂਕ, ਇੱਕ ਗੱਲ ਹੋਰ ਤੁਹਾਡੇ ਨਾਲ ਕਰਨਾ, ਅਗਰ ਤੁਹਾਨੂੰ ਯੂਨਾਨ ਦਾ ਪਾਸਪੋਰਟ ਹੀ ਡਾਇਰੈਕਟ ਮਿਲ ਜਾਂਦਾ, ਯਾਨੀ ਨੈਸ਼ਨੈਲਿਟੀ ਮਿਲ ਜਾਂਦੀ ਹੈ, ਤੇ ਤੁਸੀਂ ਯੂਨਾਨ ਹੀ ਰਹੋਗੇ ਸਾਰੀ ਜ਼ਿੰਦਗੀ ਜਾਂ ਪਾਕਿਸਤਾਨ ਜਾਣਾ ਪਸੰਦ ਕਰੋਗੇ? ਨਹੀਂ ਭਾਈ, ਮੈਂ ਨਹੀਂ ਰਿਹਾ ਜਾਂਦਾ। ਮੈਂ ਆਪਣਾ ਘਰ ਉਹ ਹੀ ਹੈ। ਕਿਹੜਾ? ਪਾਕਿਸਤਾਨ। ਪਾਕਿਸਤਾਨ ਹੀ ਜਾਓਗੇ? ਪਾਕਿਸਤਾਨ। ਪੱਕੀ ਗੱਲ ਹੈ ਨਾ, ਨੈਸ਼ਨੈਲਿਟੀ ਮਿਲੇ ਤਾਂ ਜਾਓ ਹੀ ਨਾ। ਨਾ 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 ਨਾ, ਪੱਕੀ ਗੱਲ? ਨਹੀਂ ਭਾਈ, ਇਹ ਯੂਰਪਾਂ 'ਚ ਸਕੂਨ ਹੈ, ਲੇਕਿਨ ਇੱਥੇ ਭਾਈ ਨਸਲ ਖਰਾਬ ਹੋ ਜਾਂਦੀ। ਯਾਨੀ ਜਾਣਾ ਪਾਕਿਸਤਾਨ? ਪਾਕਿਸਤਾਨ ਜਾਵੇ ਬੰਦਾ, ਪੂਰਾ ਪਿਆਰ ਹੈ ਪਾਕਿਸਤਾਨ ਨਾਲ? ਪਾਕਿਸਤਾਨ ਨਾਲ ਪਿਆਰ। ਅੱਲਾ ਦੀ ਕਸਮ, ਤੁਹਾਨੂੰ ਦੱਸਿਆ ਕਿ ਉੱਥੇ ਸੁਬਾ ਉੱਠੋ ਖੁਸ਼ਬੂ ਨਹੀਂ ਆਉਂਦੀ, ਉੱਥੇ ਖੁਸ਼ਬੂ ਆਉਂਦੀ ਹੈ ਮਿੱਟੀ ਦੀ। ਇੱਥੇ ਨਹੀਂ ਜੇ ਆਉਂਦੀ, ਕਸਮ ਨਹੀਂ ਮਿੱਟੀ ਦੀ ਖੁਸ਼ਬੂ ਆਉਂਦੀ। ਮੈਂ ਇੰਨਿਆਂ ਸਾਲਾਂ 'ਚ ਭਾਈ ਜਾਨ, 15 ਸਾਲਾਂ 'ਚ ਮੈਂ ਇੱਥੇ ਪਿੰਡ ਨਹੀਂ ਵੇਖਿਆ। ਅਗਲੇ ਦਿਨ ਮੈਂ ਆਉਣ ਡਿਆ ਬੱਸ ਵਿੱਚ, ਤੇ ਬੱਸ 'ਚ ਮੈਨੂੰ ਖੁਦਾ ਦੀ ਕਸਮ 2 ਬੱਕਰੀਆਂ ਦਿਸ ਪਈਆਂ, ਨਾਲ ਹੀ ਨਾ ਸਮੁੰਦਰ ਦੇ ਨਾਲ ਹੀ ਇੱਕ ਘਰ, ਉਹਦੇ ਵਿੱਚ। ਮੈਨੂੰ ਬੱਸ 'ਚ ਕਸਮੇ ਮੇਰੀਆਂ ਅੱਖਾਂ 'ਚ ਅਥਰੂ ਆ ਗਏ ਬੱਕਰੀਆਂ ਵੇਖ ਕੇ। ਇੰਨਿਆਂ ਸਾਲਾਂ ਬਾਅਦ ਮੈਂ ਬੱਕਰੀਆਂ ਵੇਖੀਆਂ। ਯਾਨੀ ਗੱਲ ਕਰਨ ਦਾ ਮਤਲਬ ਹੈ ਵੇ ਕਿ ਚਾਹੇ ਪਾਕਿਸਤਾਨ ਤੋਂ ਕਿਸੇ ਵੀ ਏਰੀਏ 'ਚੋਂ ਅਸੀਂ ਬਿਲੋਂਗ ਕਰਦੇ ਹਾਂ, ਕਿਸੇ ਵੀ ਸ਼ਹਿਰ 'ਚੋਂ, ਕਿਸੇ ਵੀ ਯਾਨੀ ਪਿੰਡ 'ਚੋਂ, ਲੇਕਿਨ ਗੱਲ ਵਾਕਈ ਹੈ ਵੇ ਕਿ ਐਂਡ ਆਫ ਦਾ ਡੇ, ਯਾਨੀ ਮਰਨ ਦੇ ਟਾਈਮ ਵੀ ਬੰਦੇ ਨੇ ਸੋਚਣਾ ਕਿ ਆਪਣੇ ਵਤਨ ਹੀ ਆ ਜਾਣਾ। ਤੇ ਕੁਝ ਬੰਦੇ ਐਸੇ ਨੇ ਜਿਨ੍ਹਾਂ ਨੂੰ ਬੇਸ਼ੱਕ ਜਿਹੜੇ ਮਰਜ਼ੀ ਪੇਪਰ ਜਾਂ ਜਿਹੜਾ ਮਰਜ਼ੀ ਬਿਜ਼ਨਸ ਬਣ ਜਾਏ, ਲੇਕਿਨ ਉਹਨਾਂ ਦੇ ਦਿਲ ਦੇ ਵਿੱਚ ਵਤਨ ਦੀ ਵਫਾ ਔਰ ਮੁਹੱਬਤ ਹੈ, ਔਰ ਆਪਣਾ ਘਰ ਵਾਕਈ ਹੀ ਆਪਣਾ ਹੈ। ਅੱਛਾ ਭਾਈ ਫਰੂਕ, ਐਂਡ ਦੀ ਗੱਲ ਤੁਹਾਡੇ ਨਾਲ ਕਰਨਾ ਚਾਹੁੰਦਾ ਵਾਂ ਕਿ ਜਿੰਨਾ ਵੀ ਵੀਰਾਂ ਭਰਾਵਾਂ ਨਾਲ, ਪਾਕਿਸਤਾਨੀਆਂ ਨਾਲ ਹੀ ਤੁਸੀਂ ਰਹਿੰਦੇ ਹੋ ਇੱਕ ਘਰ ਦੇ ਵਿੱਚ, ਤੁਹਾਡੇ ਨਾਲ ਸਾਰੇ ਬਿਲਕੁਲ ਠੀਕ ਇੱਕ ਦੂਜੇ ਨਾਲ ਚੱਲ ਰਹੇ ਹੋ, ਇੱਕ ਨਿਜ਼ਾਮ ਸਹੀ ਚੱਲ ਰਿਹਾ? ਲੜਾਈ ਝਗੜੇ ਤੇ ਹੁੰਦੇ ਨੇ ਖਾਣ ਪਕਾਨ ਤੋਂ ਜਾਂ ਸਫਾਈਆਂ ਤੋਂ? ਪਰਦੇਸੀਆਂ ਦਾ ਹੀ ਮਸਲਾ ਹੈ ਭਾਈ, ਅਸੀਂ 2 ਬੰਦੇ ਰਹਿੰਦੇ ਪਏ ਹਾਂ। ਉਹਨਾਂ ਨੇ ਮੇਰੇ ਆਂਦਿਆਂ ਨੂੰ ਹਾਂਡੀ ਵੀ ਤੇ ਰੋਟੀ ਵੀ ਕਿਸ ਟਾਈਮ ਬਣਾ, ਯਾਨੀ ਨਿਜ਼ਾਮ ਚੱਲ ਰਿਹਾ ਸਹੀ? ਬਹੁਤ ਸੋਹਣਾ ਨਿਜ਼ਾਮ ਚੱਲ ਰਿਹਾ, ਯਾਨੀ ਕੋਈ ਪ੍ਰੋਬਲਮ ਨਹੀਂ ਆਪੇ 'ਚ ਰਹਿਣ ਵਾਲੀ? ਪ੍ਰੋਬਲਮ ਨਹੀਂ, ਸਾਨੂੰ 2 ਬੰਦੇ ਅਸੀਂ ਰਹਿੰਦੇ ਹਾਂ, ਸਾਨੂੰ ਕੋਈ ਪ੍ਰੋਬਲਮ ਅੱਛਾ, ਨਹੀਂ। ਇਸ ਬਾਰੇ 'ਚ ਹੁਣ ਤੁਸੀਂ ਇਹ ਦੱਸੋ, ਜਿਹੜੇ ਸਾਡੇ ਪਾਕਿਸਤਾਨੀ ਵੀਰ ਭਰਾ 5, 4 ਜਾਂ 6 ਘਰ 'ਚ ਰਹਿੰਦੇ ਨੇ, ਕਿਆ ਉਹਨਾਂ ਨੂੰ ਕਿਸ ਤਰੀਕੇ ਨਾਲ ਰਹਿਣਾ ਚਾਹੀਦਾ? ਆਪੇ 'ਚ ਸੁਲ੍ਹਾ ਸਲੂਕ ਨਾਲ, ਇੱਕ ਦੂਜੇ ਨਾਲ ਮੈਨੇਜ ਕਰਕੇ? ਉਹਨਾਂ ਵਾਸਤੇ ਕੋਈ ਮੈਸੇਜ ਦੇ ਦਿਓ ਦਿਲੋਂ ਹੋ ਕੇ। ਉਹਨਾਂ ਵਾਸਤੇ ਇਹ ਹੀ ਹੈ ਕਿ ਇਹ ਨਾ ਵੇਖਿਆ ਜੇ ਕਿ ਇੱਕ ਬੰਦਾ ਜੇ ਉਹਨੇ 7 ਦਿਨ ਵੀ ਘਰ ਦਾ ਕੰਮ ਕੀਤਾ ਹੈ ਨਾ, ਤੇ ਤੁਸੀਂ ਘੇਸ ਮਾਰ ਜਾਓ। ਘੇਸ ਨਹੀਂ ਮਾਰਨੀ, ਉਹਦਾ ਸਾਹਸ ਕਰਿਆ ਜੇ ਕਿ ਉਸ ਬੰਦੇ ਨੇ 7 ਦਿਨ ਕੀਤਾ, ਅਸੀਂ 2 ਦਿਨ ਹੀ ਇਹਦੇ ਨਾਲ ਲੱਗ ਜਾਈਏ, ਬਸ ਫਿਰ ਨਿਜ਼ਾਮ ਚੱਲਣਾ, ਨਿਜ਼ਾਮ ਫੇਰ ਚੱਲਣਾ। ਤੇ ਜੇ ਆਖੋਗੇ ਨਾ ਕਿ ਉਹ ਹੀ ਕਰੇ ਨਾ, ਤੇ ਉਹ ਭਾਵੇਂ ਜੋ ਕੁਝ ਵੀ ਹੈ ਕਿਸੇ ਦਿਨੋਂ ਵੇਲਣੀ ਸਿਰ 'ਚ ਘੜਕਾ ਛੱਡਦਾ। ਅਸਲ 'ਚ ਕੋਈ ਬੰਦੇ ਅੱਕਿਆ ਫਿਰ ਉਹਨੇ ਇਹ ਹੀ ਕਰਨਾ, ਫਿਰ ਕੀ, ਜਦੋਂ ਉਹਦੀ ਜਾਨ ਨਹੀਂ ਛੱਡਣੀ। ਅੱਛਾ, ਇਹ ਬੜੀ ਅੱਛੀ ਬਾਤ ਜੀ, ਯਕੀਨ ਮੰਨ ਜਾਓ ਕਿ ਬੜੇ ਸਾਰਿਆਂ ਜੀਆਂ ਦਾ ਮਸਲਾ ਹੈ ਕਿ ਇੱਕ ਘਰ ਦੇ ਵਿੱਚ ਅਗਰ ਅਸੀਂ 4, 5 ਜਾਂ 6 ਬੰਦੇ ਰਹਿੰਦੇ ਆ ਨਾ ਯਾਰ, ਵਾਕਈ ਤੁਹਾਨੂੰ ਭਾਈ ਫਰੂਕ ਨੇ ਇੱਕ ਹੀ ਬਾਤ ਕੀਤੀ, ਸਾਦੇ ਬੰਦੇ ਨੇ, ਸਿੱਧੇ ਸਿੱਧੇ ਨੇ, ਕਿ ਅਹਿਸਾਸ ਕਰਨਾ ਇੱਕ ਦੂਜੇ ਦਾ। ਯਾਨੀ ਅਗਰ ਤੁਸੀਂ ਕਿਸੇ ਦਾ ਅਹਿਸਾਸ ਕਰਦੇ ਹੋ ਨਾ, ਤਾਂ ਕੋਈ ਤੁਹਾਡਾ ਕਰਦਾ ਹੈ। ਜਿਸ ਤਰ੍ਹਾਂ ਅੱਲਾਹ ਤਾਲਾ ਦੀ ਜ਼ਾਤ ਨੇ ਖੁਦ ਇਹ ਬਾਤ ਫਰਮਾਈ ਹੈ ਕਿ ਅਗਰ ਤੁਸੀਂ
ਕਿਸੇ ਤੇ ਰਹਿਮ ਕਰਦੇ ਹੋ ਤਾਂ ਰੱਬ ਦੀ ਜ਼ਾਤ ਤੁਹਾਡੀ ਜਾਨ ਤੇ ਰਹਿਮ ਜ਼ਰੂਰ ਕਰਦਾ ਹੈ। ਲੇਕਿਨ ਇੰਨਾ ਕੀ ਮੈਸੇਜ ਜਿਹੜਾ ਡਿਲੀਵਰ ਕਰਨਾ ਚਾਹੁੰਦੇ ਹਾਂ ਸਾਰਿਆਂ ਵਾਸਤੇ ਕਿ ਇੱਕ ਦੂਜੇ ਦਾ ਅਹਿਸਾਸ ਕਰੋ, ਤਾਂ ਕਿ ਪਾਕਿਸਤਾਨੀ ਜਿੱਥੇ ਜਿੱਥੇ ਵੀ ਅਸੀਂ ਰਹਿੰਦੇ ਨੇ ਇੱਕ ਦੂਜੇ ਨਾਲ ਮਿਲ ਜੁਲ ਕੇ ਰਹੀਏ। ਤੁਸੀਂ ਵੇਖ ਲਓ ਦੂਸਰੇ ਕਮਿਊਨਿਟੀ ਜਾਂ ਦੂਸਰੇ ਮੁਲਕਾਂ ਦੇ ਲੋਕਾਂ ਦੇ ਹਾਲ, ਯੂਰਪ 'ਚ ਵੇਖ ਲਵੋ, ਗਲਫ 'ਚ ਵੇਖ ਲਵੋ, ਕਿਸੇ ਕੰਟਰੀ 'ਚ ਵੇਖ ਲਵੋ ਕਿ ਸਭ ਤੋਂ ਖਸਤਾ ਹਾਲਤ ਅਗਰ ਹੈ ਨਾ ਤਾਂ ਸਾਡੀ ਆਪਣੀ ਪਾਕਿਸਤਾਨੀਆਂ ਦੀ। ਉਹਦੀ ਵਜ੍ਹਾ ਕੀ ਹੈ? ਅਸੀਂ ਆਪਣੇ ਨਾਲ ਰਹਿਣਾ ਨਹੀਂ ਚਾਹੁੰਦੇ, ਇੱਕ ਦੂਜੇ ਨਾਲ ਮਿਲ ਕੇ ਹੀ ਚੱਲਣਾ ਨਹੀਂ ਚਾਹੁੰਦੇ, ਲੇਕਿਨ ਅਸੀਂ ਦੂਸਰੇ ਕਿਸੇ ਤੀਸਰੇ ਮੁਲਕ ਦੇ ਬੰਦੇ ਦੀ ਅਸੀਂ ਗੁਲਾਮੀ ਵੀ ਕਰਾਂਗੇ, ਯਾਨੀ ਉਹਦੀ ਚਾਪਲੂਸੀ ਵੀ ਕਰਾਂਗੇ, ਹਰ ਤਰੀਕੇ ਨਾਲ ਕਿਹਾ ਬੰਦਾ ਠੀਕ ਹੈ, ਲੇਕਿਨ ਆਪਣੇ ਜੀਆਂ ਤੋਂ ਅਸੀਂ ਦੂਰ ਹੀ ਹਟਾਂਗੇ। ਅੱਛਾ ਭਾਈ ਫਰੂਕ, ਤੁਹਾਡੀ ਮੁਹੱਬਤ ਬਹੁਤ ਜ਼ਿਆਦਾ ਮਸ਼ਕੂਰ ਆ, ਔਰ ਤੁਹਾਡੀ ਵਾਲਦਾ ਨੂੰ ਅੱਲਾਹ ਤਾਲਾ ਇਜ਼ਾਤ ਆਪਣੇ ਹਿਫਜ਼ ਈਮਾਨ 'ਚ ਰੱਖੇ, ਤੁਹਾਡੇ 'ਤੇ ਵੀ ਅੱਲਾਹ ਤਾਲਾ ਇਜ਼ਾਤ ਖੈਰ ਰਹਿਮ ਔਰ ਕਰਮ ਕਰੇ। ਔਰ ਇੱਕ ਹੀ ਲਾਸਟ ਗੱਲ ਹੈ ਵੀ ਤੁਹਾਡੇ ਵਾਸਤੇ ਕਿ ਟਿਕਟਾਕ ਤੁਸੀਂ ਬਣਾਉਂਦੇ ਹੋ ਤੇ ਬਣਾਉਂਦੇ ਰਹੋ, ਤੇ ਟਿਕਟਾਕਰ ਜਿਹੜੇ ਯੂਨਾਨ 'ਚ ਨੇ ਜੀ, ਇਹਨਾਂ ਨੂੰ ਕਿਸ ਤਰ੍ਹਾਂ ਦੀਆਂ ਵੀਡੀਓ ਬਣਾਉਣੀਆਂ ਚਾਹੀਦੀਆਂ ਤਾਂ ਕਿ ਲੋਕ ਇਕੱਠੇ ਰਹਿਣ, ਕਿ ਜਾਂ ਇਹਨਾਂ ਨੂੰ ਇਸ ਤਰ੍ਹਾਂ ਹੀ ਬਸ ਲੱਗਿਆ ਰਹਿਣਾ ਚਾਹੀਦਾ ਭਾਈ ਆਪਣੇ ਆਪਣੇ ਗੱਲ ਮੰਨਦਾ ਚੱਕਰ ਕਿ 'ਚ? ਟਿਕਟਾਕ ਤੇ ਨਾ ਮੈਂ ਤਾਂ ਜ਼ਿਆਦਾਤਰ ਇੱਥੇ ਜਨਾਨ ਚ ਮੰਨਦਾ ਕੀ ਵੇਖਣ ਡਿਆ ਕਾਰੋਬਾਰ, ਬਸ ਟਿਕਟਾਕ ਤੇ ਵਿਖਾ ਰਹੇ ਨੇ। ਕੋਈ ਸੋਹਣੀ ਗੱਲ ਕਰਿਆ ਕਰਨ, ਇੱਕ ਦੂਜੇ ਨੂੰ ਸਮਝਾਉਣ ਅਖਲਾਕ ਨਾਲ। ਉਹ ਕਾਰੋਬਾਰ ਮੈਂ ਜ਼ਿਆਦਾ ਵੇਖਣ ਡਿਆ, ਮੈਂ ਘੱਟ ਹੈ ਨੇ ਬੰਦੇ, ਲੇਕਿਨ ਘੱਟ ਨੇ ਬੰਦੇ ਜਿਹੜੇ ਇਹ ਗੱਲ ਸਮਝਾਉਣ ਦੇ। ਯਾਨੀ ਇਹਨਾਂ ਸਾਰਿਆਂ ਨੂੰ ਮਿਲ ਜੁਲ ਕੇ ਕਾਰੋਬਾਰ ਵੀ ਕਰਨਾ ਚਾਹੀਦਾ ਹੈ। ਕਰਨਾ ਚਾਹੀਦਾ, ਮਿਲ ਜੁਲ ਕੇ ਕਰਨਾ ਚਾਹੀਦਾ। ਜ਼ਿੱਦਬਾਜ਼ੀ ਮੈਂ ਵੇਖਣ ਡਿਆ, ਜ਼ਿੱਦਬਾਜ਼ੀ ਚ ਕਰਨ ਡੇ ਨੇ, ਇਹ ਨਹੀਂ ਕਰਨੀ ਚਾਹੀਦੀ। ਯਾਨੀ ਕਿਸ ਤਰ੍ਹਾਂ ਹਰ ਬੰਦਾ ਆਪਣੇ ਆਪਣੇ ਪਲੇਟਫਾਰਮ ਤੋਂ ਲੱਗਾ ਹੈ, ਆਪਣੇ ਆਪਣੇ ਤੋਂ ਲੱਗਾ ਵਾ, ਲੇਕਿਨ ਵੇਖੋ ਨਾ ਤੁਸੀਂ ਨਾਲ ਦੂਜੀਆਂ ਹੋਰ ਵੀ ਤਾਂ ਗੱਲਾਂ ਕਰੋ ਨਾ। ਮੇਰੀ ਦੁਕਾਨਦਾਰੀ ਚਲਾਈ ਜਾਣ ਡੇ, ਦੱਸੋ ਇੱਕ ਦੂਜੇ ਦਾ ਹਾਲ ਚਾਲ ਵੀ ਤੁਸੀਂ ਪੁੱਛ ਕੇ ਵੇਖੋ। ਪੁੱਛਦੇ ਨੇ ਦੁਕਾਨਦਾਰ, ਪੁੱਛਣ ਹਾਂ ਹਾਲ ਪੁੱਛਣ ਇੱਕ ਦੂਸਰੇ ਦਾ, ਫਿਰ ਤਾਂ ਸਮਝਾਂਗੇ ਵੀ ਇਕੱਠੇ ਹੀ ਕਰਨ ਡੇ ਨੇ, ਇਹ ਜ਼ਿੱਦਬਾਜ਼ੀ ਕਰਨ ਡੇ ਨੇ। ਲਓ ਜੀ, ਭਾਈ ਫਰੂਕ ਦੀ ਮੁਹੱਬਤ ਬਹੁਤ ਜ਼ਿਆਦਾ ਮਸ਼ਕੂਰ ਆ। ਬਾਕੀ ਸਾਰੇ ਵੀਰ ਭਰਾ ਦੁਆਵਾਂ ਯਾਦ ਰੱਖਿਓ। ਅੱਲਾ ਹਾਫਿਜ਼।